जी सर सलामकुम। मैं इस टाइम इंग्लैंड इंग्लैंड के एक वाक़े का इंसाने हम एक परदेसी भरा साडा जिहड़ा वो अपने भैणां भरावां लई रिज़क कमाउण लई अपने माँ बाप लई गुरबत दूर करन लई जैसा कि हर पाकिस्तानी जिहड़ा जो मुल्क छड्डदा उसदा मकसद यह हुंदा है वो आंदा है ते इत्थे लंबा अरसा काम करदा है, दो तीन जॉबां करदा है, अपनी जान ते मतलब कि वो ज्यादती करदे होए ना ते वो इन्ना कम करदा है कि कोई ओहदा एक्सीडेंट हो जांदा है, ਉਹਨੂੰ ਬਿਮਾਰੀ ਐਸੀ ਲੱਗਦੀ ਹੈ ਕਿ ਡਾਕਟਰ ਕਹਿੰਦੇ ਉਹਦੀ ਲੱਤ ਕੱਟੀ ਜਾਣੀ ਤੇ ਉਹ ਵਿਚਾਰੇ ਲੱਤ ਕੱਟੀ ਜਾਂਦੀ ਗਰੀਬ ਆਦਮੀ ਦੀ ਜਿਹੜਾ ਪ੍ਰਦੇਸ਼ 'ਚ ਕੰਮ ਕਰਨ ਲਈ ਆ ਜਾਂਦਾ ਉਹ ਆਪਣੇ ਭੈਣਾਂ ਭਰਾਵਾਂ ਲਈ ਕਮਾਉਂਦਾ ਤੇ ਇੰਤਹਾਈ ਦਰਦਨਾਕ ਵਾਕਿਆ ਹੈ ਕਿ ਆਖਰ ਕਰਿਆ ਵੇ ਕਿ ਭੈਣਾਂ ਭਰਾਵਾਂ ਨੇ ਉਹਦੇ ਨਾਲ ਉਹੀ ਸਲੂਕ ਕੀਤਾ ਕਿ ਜੋ ਅਕਸਰ ਕਦੀ ਹੋ ਜਾਂਦਾ ਹੈ। ਅਕਸਰ ਵਾਕਿਆ ਸੁਣਨ ਜਾਂਦਾ ਹੈ ਕਿ ਇੱਕ ਭਰਾ ਮਿਹਨਤ ਕਰਦਾ ਆਖਰ ਤੇ ਆ ਕੇ ਜੇ ਕੋਈ ਬਿਮਾਰ ਹੋ ਜੇ ਤੇ ਉਹਦੀ ਸਹੂਲਤ ਲੈਵੇ ਕਿ ਬਲਕਿ ਉਹਦਾ ਮਾਲ ਗਦਾਮ ਜਿਹੜਾ ਖਾਦਾ ਹੁੰਦਾ ਹੈ ਨਾ ਤੇ ਉਹ ਵੀ ਖਾ ਕੇ ਡਕਾਰ ਮਾਰ ਜਾਂਦੇ ਹੈਗੇ ਨੇ ਨਾ ਤੇ ਬਿਲਕੁਲ ਐਸਾ ਦਾ ਵਾਕਿਆ ਹੀ ਹੈ। ਤੇ ਮੈਂ ਸਹੂਲਤ ਦੱਸਦਾ ਕਿ ਉਹ ਕੋਈ ਐਸਾ ਹੀ ਤਿੰਨ ਭਰਾ ਤੇ ਦੋ ਭੈਣਾਂ ਸੀ। ਉਹ ਭਰਾ ਆਇਆ ਵੀ ਇੱਥੇ ਪ੍ਰਦੇਸ਼ ਆਇਆ ਇੰਗਲੈਂਡ 'ਚ ਆਇਆ ਇੱਥੇ ਉਹਨੇ ਖੂਬ ਮਿਹਨਤ ਕੀਤੀ, ਦੋ ਜੌਬਾਂ ਕੀਤੀਆਂ ਨੇ। ਆਖਰਕਾਰ ਉਹਦੀ ਸਹੂਲਤ ਹੋਈ ਆਪਣੇ ਭਰਾਵਾਂ ਨੂੰ ਪੈਸੇ ਭੇਜਦਾ ਸੀ, ਭੇਜੀ ਜਾਂਦਾ ਸੀ ਪੈਸੇ। ਉਹਨਾਂ ਨੇ ਘਰ ਬਣਾਇਆ, ਉਹ ਸੋਹਣਾ ਘਰ ਬਣਾ ਲਿਆ, ਕਾਰੋਬਾਰ ਅੱਛਾ ਕਰ ਲਿਆ। ਦੱਸਿਆ ਜੀ ਭਾਈ ਨੂੰ ਦੱਸਿਆ ਕਿ ਭਾਈ ਜਾਨ ਕਰ ਲਿਆ ਵੀ ਕਿ ਇੱਥੇ ਜ਼ਬਰਦਸਤ ਕਿਸਮ ਦਾ ਹੋਟਲ ਖੁੱਲ੍ਹ ਜਾਏਗਾ ਨਾ ਅਤੇ ਉਹ ਸਾਡੀ ਬੜੀ ਆਮਦਨ ਹੈਗੀ ਜੀ ਅਤੇ ਉਹਦੇ ਵਿੱਚ ਇਹ ਹੈਗਾ 2 ਹਿੱਸੇ ਤੁਹਾਡੇ ਅਤੇ 1 ਹਿੱਸਾ ਸਾਡਾ ਅਤੇ ਅਸੀਂ ਕਾਰੋਬਾਰ ਕਰਨਾ ਸਾਡਾ ਕੰਮ ਹੈ। ਉਸ ਬੰਦੇ ਨੇ ਇੰਨਾ ਤਬਾਰ ਕੀਤਾ ਕਿ ਉਹ ਜੋ ਰਕਮ ਹੁੰਦੀ ਸੀ ਜੋ ਕਮਾਉਂਦਾ ਸੀ ਦੋ ਜੌਬਾਂ ਕਰਦਾ ਸੀ ਉਹ ਤੋਂ ਪਿੱਛੇ ਭੇਜੀ ਗਿਆ ਅਤੇ ਉਹਨਾਂ ਦਾ ਕਾਰੋਬਾਰ ਵੀ ਵੈਲ ਸੈੱਟ ਹੋ ਗਿਆ। ਆਪ ਜਾ ਨਾ ਸਕਿਆ ਮਜਬੂਰੀ ਦੇ ਵਿੱਚ ਕਿ ਪਾਕਿਸਤਾਨ ਦਾ ਚੱਕਰ ਨਹੀਂ ਲੱਗਾ ਅਤੇ ਬਸ ਉੱਥੋਂ ਤਸਵੀਰਾਂ ਖਿੱਚ ਕੇ ਭੇਜਣੀਆਂ ਕਿ ਤੁਹਾਡਾ ਕਾਰੋਬਾਰ ਚੱਲ ਰਿਹਾ, ਬੜਾ ਹੀ ਸੋਹਣਾ ਚੱਲ ਰਿਹਾ ਹੈਗਾ, ਮਾਸ਼ਾਅੱਲਾ ਪ੍ਰੋਫਿਟ ਵੀ ਠੀਕ ਹੋ ਰਿਹਾ ਹੈਗਾ। ਅਤੇ ਉਹ ਕਰਦੇ ਕਰਾਉਂਦੇ ਉਹ ਜਿਹੜਾ ਇੱਥੇ ਵਾਲਾ ਭਰਾ ਸੀ ਉਹਦਾ ਕਿਤੇ ਐਕਸੀਡੈਂਟ ਹੁੰਦਾ ਹੈ ਅਤੇ ਉਹਦੇ ਨਾਲ ਲੱਤ ਸੱਟ ਲੱਗਦੀ, ਉਹ ਜ਼ਖਮ ਵਿਗੜ ਜਾਂਦਾ ਅਤੇ ਡਾਕਟਰ ਇੱਕ ਦਿਨ ਕਹਿੰਦਾ ਕਿ ਗੱਲ ਹੈ ਵੀ ਕਿ ਹੁਣ ਤੇਰੀ ਨਾਲ ਲੱਤ ਵਿੱਚ ਕੈਂਸਰ ਬਣ ਗਿਆ ਹੋਵੇ ਅਤੇ ਤੇਰੀ ਲੱਤ ਕੱਟਣੀ ਪਏਗੀ, ਇਸ ਤੋਂ ਬਗੈਰ ਤੇਰੀ ਜ਼ਿੰਦਗੀ ਦਾ ਕੋਈ ਚਾਰਾ ਨਹੀਂ ਹੈਗਾ। ਜਾਂ ਮਤਲਬ ਲੱਤ ਕੱਟਣੀ ਪਏਗੀ ਜਾਂ ਉਹ ਕੈਂਸਰ ਵੱਧ ਸਕਦਾ ਹੈਗਾ ਨਾ, ਖਤਰਾਤ ਹੈਗੇ ਨੇ। ਉਹਦੀ ਲੱਤ ਵੱਢੀ ਜਾਂਦੀ, ਜਦੋਂ ਲੱਤ ਵੱਢੀ ਜਾਂਦੀ ਉਹ ਵੀ ਸ਼ਾਦੀ ਉਹਨੇ ਕੀਤੀ ਇੱਥੇ ਅਤੇ ਬੱਚੇ ਜਵਾਨ ਹੋ ਗਏ ਨੇ ਅਤੇ ਉਹਨੇ ਸੋਚਿਆ ਮੈਂ ਪੁੱਤਰ ਦਾ ਵਿਆਹ ਕਰ ਲੈਣ ਨਾਲੇ ਉੱਥੇ ਪਾਕਿਸਤਾਨ ਜਾਂਦੇ ਭਾਈਆਂ ਨੇ ਬੜਾ ਕਾਰੋਬਾਰ ਸੈੱਟ ਕੀਤਾ ਹੈ, ਪੈਸੇ ਮੈਂ ਭੇਜੇ ਨੇ। ਪਹਿਲੇ ਤਾਂ ਵਿਹਲੇ ਨਖੱਟੂ ਹੈਗੇ ਸੀ ਨਾ ਉਹ ਅਤੇ ਉਹਨਾਂ ਕਾਰੋਬਾਰ ਸੈੱਟ ਕੀਤਾ ਅਤੇ ਉਹਨਾਂ ਮੇਰਾ ਹਿੱਸਾ ਵੀ ਰੱਖਿਆ ਹੋਏਗਾ ਅਤੇ ਉਹਨਾਂ ਕੋਲ ਜਮ੍ਹਾਂ ਪੂੰਜੀ ਹੋਏਗੀ, ਨਾਲੇ ਤਾਂ ਉੱਥੇ ਸ਼ਾਦੀ ਵਿਆਹ ਦਾ ਖਰਚਾ ਵੀ ਕਰ ਲਾਂਗੇ, ਨਾਲੇ ਜਾ ਕੇ ਹਿਸਾਬ ਤਾਂ ਕਰ ਲਾਂਗੇ। ਉੱਥੇ ਜਾਂਦਾ ਪਾਕਿਸਤਾਨ, ਕਹਿੰਦਾ ਜੀ ਸਲਾਮ ਅਲੈਕੁਮ ਵਾਲਸਲਾਮ, ਹਾਂਜੀ ਕੀ ਹਾਲ ਚਾਲ, ਠੀਕ ਹੈ। ਕਹਿੰਦੇ ਚਲੋ ਯਾਰ ਬੈਂਕ ਚੱਲੀਏ ਜ਼ਰਾ। ਉਹ ਕਹਿੰਦੇ ਯਾਰ ਸਾਡੇ ਕੋਲ ਤਾਂ ਟਾਈਮ ਕੋਈ ਨਹੀਂ ਹੈਗਾ, ਤੂੰ ਡਰਾਈਵਰ ਲੈ ਜਾ ਅਤੇ ਬੈਂਕ 'ਚੋਂ ਆਪੇ ਚੱਕਰ ਲਾ ਲਿਆ ਜਿੱਥੇ ਜਾਣਾ ਹੈ ਨਾ, ਅਤੇ ਇਹ ਗੱਡੀ ਹੈ ਅਤੇ ਡਰਾਈਵਰ ਹੈ ਉਹ ਨਾਲ ਲੈ ਜਾਂਦਾ। ਉਹ ਜਾ ਕੇ ਬੈਂਕ 'ਚ ਪੁੱਛਦਾ ਕਿ ਹਾਂ ਬਈ ਬੈਂਕ 'ਚ ਮੇਰੇ ਕਿੰਨੇ ਪੈਸੇ ਜਮ੍ਹਾਂ ਨੇ ਹੁਣ ਤੱਕ। ਉਹ ਕਹਿੰਦੇ ਕਿ ਬੈਂਕ ਵਾਲੇ ਜਿਹੜੇ ਨੇ ਉਹ ਵੇਚਦੇ ਨੇ ਸਹੂਲਤ ਹਾਲ। ਉਸ ਬੰਦੇ ਨੇ 30 ਲੱਖ ਰੁਪਇਆ ਤੇ ਆਪਣੇ ਹੱਥੀਂ ਜਮ੍ਹਾਂ ਕਰਾਇਆ ਸੀ ਅਤੇ 5 ਲੱਖ ਰੁਪਇਆ ਉੱਤੇ ਹੋਰ ਉਹਨਾਂ ਜਿਹੜਾ ਇੰਨੇ ਇੱਥੇ 15-20 ਸਾਲ ਉਹਨੇ ਬੰਦੇ ਨੇ ਕਮਾਏ ਨਾ ਅਤੇ ਉਹਨੇ ਜਮ੍ਹਾਂ ਕੀਤੇ। ਉਸ ਬੰਦੇ ਦੇ ਬੜੇ ਦਿਲ ਨੂੰ ਠੇਸ ਲੱਗੀ। ਉਹਨੇ ਕਿਹਾ ਯਾਰ ਮੇਰੇ ਭਰਾਵਾਂ ਨੇ ਕੀ ਕੀਤਾ। ਉਹਨੇ ਫਿਰ ਭਰਾਵਾਂ ਨੂੰ ਬੁਲਾਇਆ ਅਤੇ ਬੜਾ ਨਾ ਕਿਹਾ ਕਿ ਯਾਰ ਮੇਰਾ ਭਾਈ ਅਤੇ ਮੈਂ ਤਾਂ ਇੰਨੀ ਦੇਰ ਕੰਮ ਕੀਤਾ ਅਤੇ ਪੈਸੇ ਕਮਾਏ ਨੇ ਅਤੇ ਜੇ ਉਹ ਕਹਿੰਦੇ ਪੈਸੇ ਕਮਾਏ ਨੇ ਅਤੇ ਕਿਹੜਾ ਸਾਡੇ ਲਈ ਕਮਾਏ, ਤੂੰ ਆਪਣੇ ਲਈ ਕਮਾਉਂਦਾ ਸੀ। ਅਤੇ ਕਹਿੰਦੇ ਅਸੀਂ ਇੱਕ ਤਾਂ ਉਹ ਕਹਿੰਦੇ ਕਿ ਅੱਛਾ ਫਿਰ ਇਹ ਜਿਹੜਾ ਕੰਮ ਹੈ ਉਹ 'ਚ ਮੇਰਾ ਹਿੱਸਾ। ਕਹਿੰਦੇ ਤੇਰਾ ਹਿੱਸਾ ਕਾਹਦਾ, ਇਹ ਸਾਡਾ ਕੰਮ ਹੈ, ਇਹਦੇ 'ਚ ਊਚ ਨਹੀਂ ਹੁੰਦੀ ਰਹਿੰਦੀ। ਅਸੀਂ ਕਈ ਦਫਾ ਘਾਟੇ ਖਾਧੇ, ਕਈ ਦਫਾ ਵਾਧੇ, ਕਈ ਦਫਾ ਘਾਟੇ ਵੀ ਖਾਧੇ ਨੇ, ਅਸੀਂ ਖਾਧੇ ਨੇ, ਅਸੀਂ ਇਹਦੇ ਨਾਲ ਲੜਦੇ ਰਹੇ ਗਏ ਹਾਂ। ਅਤੇ ਉਹ ਕੀ ਕਰਨਾ ਕਿ ਉਹਨਾਂ ਜਨਾਬ ਅਲੀ ਜਿਹੜਾ 15-20 ਸਾਲ ਦੀ ਉਹਦੀ ਕਮਾਈ ਸੀ ਨਾ ਉਹ 'ਚ 5 ਲੱਖ ਰੁਪਇਆ ਉਹਨੂੰ ਦਿੱਤਾ ਅਤੇ ਉਹ ਬੰਦਾ ਵਿਚਾਰਾ ਜਿਹੜਾ ਹੈ ਨਾ ਇੰਨਾ ਡਿਸਹਾਰਡ ਹੋਇਆ। ਉਹਦੇ ਵਾਲਦ ਸਾਹਿਬ ਅਤੇ ਵਾਲਦਾ ਜਿਹੜੇ ਨੇ ਜਦੋਂ ਇਹੋ ਜਿਹਾ ਮੌਕਾ ਹੈ ਅਤੇ ਵਾਲਦੈਨ ਨੂੰ ਚਾਹੀਦਾ ਕੋਈ ਫੈਸਲਾ ਕਰਨਾ, ਕੋਈ ਮੁਸਬਤ ਫੈਸਲਾ ਕਰਨਾ, ਕੋਈ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਵੇਖਦੇ ਹੋਏ। ਇੱਕ ਬੱਚਾ ਜਿਹੜਾ ਜਿਸ ਬੰਦੇ ਨੇ ਮਿਹਨਤ ਕੀਤੀ ਹੈ, ਦੋ ਕੰਮ ਕੀਤੇ ਨੇ, ਆਖਰ ਤੇ ਮਾਜ਼ੂਰ ਹੋ ਕੇ ਲੱਤ ਉਹਦੀ ਕੱਟੀ ਹੋਈ ਹੈ ਅਤੇ ਉਹ ਵਿਚਾਰਾ ਪਾਕਿਸਤਾਨ ਗਿਆ ਆਪਣੇ ਬੱਚਿਆਂ ਦੀ ਸ਼ਾਦੀ ਕਰਨ ਲਈ ਅਤੇ ਮਾਂ ਬਾਪ ਨੇ ਵੀ ਜੈਸਾ ਉਹ ਕੀਤਾ ਕਿ ਉਹਨਾਂ ਵੀ ਉਸ ਬੇਟੇ ਦਾ ਸਾਥ ਨਹੀਂ ਦਿੱਤਾ ਅਤੇ ਉਹਨਾਂ ਵੀ ਉਹਦੀ ਤਰਫਦਾਰੀ ਕੀਤੀ। ਉਹ ਬੰਦਾ ਵਿਚਾਰਾ ਇੰਨਾ ਡਿਸਹਾਰਡ ਹੋਇਆ ਕਿ ਉਹ ਆਖਿਰਕਾਰ ਉੱਥੋਂ ਜਦੋਂ ਪਾਕਿਸਤਾਨ ਤੋਂ ਜਦੋਂ ਆਉਣ ਲੱਗਾ ਆਇਆ ਅਤੇ ਆਉਣ ਲੱਗਿਆ ਉਹਨੇ ਨਾ ਆਪਣੇ
ਬੱਚਿਆਂ ਨੂੰ ਬੀਵੀ ਨੂੰ ਭਾਇਆ ਤੇ ਉਹਨੂੰ ਸਮਝਾਇਆ ਉਹਨੇ ਕਿ ਗੱਲ ਹੈ ਵੇ ਕਿ ਜ਼ਿੰਦਗੀ ਮੌਤ ਦਾ ਤਾਂ ਕੋਈ ਪਤਾ ਨਹੀਂ, ਕਿੰਨੀ ਦੇਰ ਜੀਣਾ ਕਿੰਨੀ ਦੇਰ ਨਹੀਂ ਜੀਣਾ ਹੋਣਾ। ਤੇ ਮੈਂ ਅਗਰ ਖੁਦਾ ਨਾ ਖਾਸਤਾ ਮਰ ਗਿਆ ਤੇ ਮੈਨੂੰ ਇੱਥੇ ਹੀ ਦਬ ਦੁਬ ਦੇਣਾ, ਇੱਥੇ ਮੇਰੀ ਕਬਰ ਬਣਾ ਦੇਣਾ, ਇੱਥੇ ਹੀ ਮੇਰੀ ਤਸੀਨ ਕਰ ਦੇਣਾ। ਤੇ ਉਹ ਜਿਹੜੇ ਹੈਗੇ ਨਾ ਭੈਣ ਭਾਈ ਜਿਨ੍ਹਾਂ ਦੇ ਮੂੰਹ ਨੂੰ ਖੂਨ ਮਤਲਬ ਕਿ ਇੱਕ ਪੈਸਾ ਲੱਗਾ ਹੈਗਾ ਨਾ, ਉਹਨਾਂ ਨੂੰ ਪੈਸੇ ਦੀ ਹਬਸ ਸੀ, ਉਹਨਾਂ ਦੇ ਰਿਸ਼ਤੇ ਭੁੱਲ ਚੁੱਕੇ ਹੈਗੇ ਨੇ। ਤੇ ਉਹ ਉਹਨਾਂ ਨੂੰ ਭੇਜਣ ਦੀ ਮੇਰੀ ਜੇ ਡੈਡ ਬਾਡੀ ਨਾਲ ਕੋਈ ਲੋੜ ਨਹੀਂ ਹੈਗੀ, ਮੈਨੂੰ ਇੱਥੇ ਦਫਨਾ ਦੇਣਾ। ਉਹ ਦਰਿੰਦੇ ਨੇ, ਭੈਣ ਭਾਈਆਂ ਦੇ ਨਾਮ ਦੇ ਉੱਤੇ ਦਰਿੰਦੇ ਨੇ। ਦੇਖੋ ਉਹ ਦਰਿੰਦੇ ਹੀ ਨੇ ਕਿ ਉਹ ਜਦੋਂ ਦੇਖੋ ਜਿੰਦਰਾ ਸਿਹਤਮੰਦ ਸੀ, ਕੰਮ ਕਰਦਾ ਸੀ, ਆਪਣੇ ਭੈਣਾਂ ਭਾਈਆਂ ਦੀ ਹੈਲਪ ਕਰਦਾ ਸੀ। ਉਹ ਜਦੋਂ ਉਹ ਵਿਚਾਰੇ ਦਾ ਸੂਰਤ ਹਾਲ ਐਸੀ ਹੋ ਗਈ ਉਹ ਕੰਮ ਨਹੀਂ ਕਰ ਸਕਦੇ ਹੈਗਾ ਨਾ, ਤੇ ਉਹ ਸਮਝਦੇ ਨੇ ਸਾਨੂੰ ਜ਼ਿਆਦਾ ਅਕਲ ਏ, ਅਸੀਂ ਜ਼ਿਆਦਾ ਸ਼ੌਰ ਰੱਖਦੇ ਹਾਂ, ਅਸੀਂ ਜ਼ਿਆਦਾ ਅਕਲਮੰਦ ਹਾਂ ਨਾ, ਸਾਨੂੰ ਬੇੜ ਲੱਗਾ ਹੈ, ਸਾਡੇ ਬੱਚਿਆਂ ਨੂੰ ਬੇੜ ਲੱਗਾ ਹੈ, ਉਹਦੇ ਬੱਚਿਆਂ ਨੂੰ ਬੇੜ ਲੱਗਾ ਸੀ, ਉਹਨੂੰ ਵੀ ਬੇੜ ਲੱਗਾ ਸੀ। ਜਦੋਂ ਉਸ ਭਾਈ ਨੇ ਦੇਖੋ ਇੰਨੀ ਹੈਲਪ ਕੀਤੀ ਏ ਆਪਣੇ ਭਾਈਆਂ ਦੀ ਹੈ ਨਾ, ਉਹ ਮੁਸ਼ਕਿਲ ਵਕਤ 'ਚ ਕੰਮ ਆਇਆ, ਆਪਣੇ ਮਾਂ ਪਿਓ ਨੂੰ ਉਹਨੇ ਖਰਚਾ ਭੇਜਿਆ, ਉਹਨਾਂ ਘਰ ਬਣਾ ਲਿਆ, ਸਭ ਕੁਛ ਕਰ ਲਿਆ ਨਾ। ਤੇ ਫਿਰ ਉਹਨਾਂ ਨੂੰ ਅਗਰ ਇਨਸਾਨ ਹੁੰਦੇ, ਅਗਰ ਉਹਨਾਂ 'ਚ ਇਨਸਾਨੀਅਤ ਜ਼ਿੰਦਾ ਹੁੰਦੀ, ਕੁਛ ਲੋਕ ਜਿਹੜੇ ਨੇ ਜ਼ਿੰਦਾ ਟੁਰੇ ਫਿਰਦੇ ਨੇ, ਉਹ ਜ਼ਿੰਦਾ ਹੁੰਦੇ ਨੇ, ਉਹ ਮਤਲਬ ਜ਼ਮੀਰ ਉਹਨਾਂ ਮਤਲਬ ਉਹ ਮੁਰਦਾ ਜ਼ਮੀਰ ਹੁੰਦੇ ਨੇ, ਠੀਕ ਹੈ, ਉਹ ਜ਼ਿੰਦਾ ਲਾਸ਼ਾਂ ਹੁੰਦੀਆਂ ਨੇ। ਜਿਹੜੇ ਐਸੇ ਦੇ ਭੈਣ ਭਾਈ ਹੁੰਦੇ ਨੇ ਜਿਹੜੇ ਆਪਣੇ ਭੈਣ ਭਾਈ ਦੇ ਕੰਮ ਨਹੀਂ ਆਉਂਦੇ, ਉਹ ਜਿਹੜੇ ਭੈਣ ਭਾਈ ਜਿਹੜੇ ਬੰਦੇ ਨੇ ਉਹ ਚਾਹੁੰਦਾ ਉਹਨੇ ਜਿਹੜੇ 20 ਸਾਲ ਕਮਾਈ ਕੀਤੀ ਸੀ, 30 ਸਾਲ ਕਮਾਈ ਕੀਤੀ ਹੈਗੀ ਸੀ, ਇੱਥੇ ਰੱਖਦਾ, ਉਹਦੇ ਕੋਲ ਇੱਥੇ ਵੀ ਬੜੇ ਜੁੜ ਸਕਦੇ ਸੀ। ਉਹਨੇ ਸੋਚਿਆ ਨਹੀਂ, ਮੇਰੀ ਮਾਂ ਵੀ ਪਿੱਛੇ, ਮੇਰੀ ਭੈਣਾਂ ਨੇ, ਮੇਰੇ ਭਰਾ ਨੇ, ਉਹਨਾਂ ਦੇ ਵਿਆਹ ਕੀਤੇ ਉਹਨਾਂ ਨੇ, ਤੇ ਉਹ ਜਿਹੜੇ ਭਰਾ ਉਹਨਾਂ ਨੇ ਸਹੂਲਤਾਂ ਲੈ ਕੀਤੀ ਹੈ ਕਿ ਉਹਦਾ ਪੈਸਾ ਸੀ ਜੋ ਵੀ ਸੀ ਜਾਂ ਮਾਂ ਪਿਓ ਨੇ ਮਿਲ ਕੇ